ਅੱਜ ਆਪ ਸਾਰਿਆਂ ਦੇ ਨਾਲ ਇਸ ਮੁੱਦੇ 'ਤੇ ਵਿਚਾਰ ਕਰਨੀ ਹੈ ਜੋ ਇਸ ਵੇਲੇ ਕਿਸਾਨਾਂ ਦਾ ਮੁੱਦਾ ਚੱਲ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਦਾ ਕੀ ਪੱਖ ਰਿਹਾ ਹੈ, ਕਿਸਾਨਾਂ ਦੇ ਬਾਬਤ ਅੱਜ ਇਹ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹਨ। ਸੋ ਆਪ ਜੀ ਨੇ ਅੱਗੇ ਤੱਕ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਤਾਂ ਕਿ ਆਮ ਜਨਤਾ ਤੱਕ ਇਹ ਵਿਚਾਰ ਪਹੁੰਚ ਸਕੇ ਅਤੇ ਆਮ ਜਨਤਾ ਜਿਹੜੀ ਹੈ, ਜਿੱਥੇ ਕਿਸਾਨ ਆਪਣੇ ਫਰਜ਼ਾਂ ਤੋਂ ਜਾਣੂ ਹਨ ਔਰ ਸਮਝ ਰਹੇ ਹਨ, ਔਰ ਜਿਹੜੇ ਨਹੀਂ ਜਾਣੂ ਉਹਨਾਂ ਤੱਕ ਵੀ ਇਹ ਵਿਚਾਰ ਪਹੁੰਚਾਓ। ਔਰ ਜਿਹੜੀ ਆਮ ਜਨਤਾ ਹੈ ਉਹਨਾਂ ਬੰਦਿਆਂ ਤੱਕ ਵੀ ਇਹ ਵਿਚਾਰ ਆਪ ਜੀ ਜ਼ਰੂਰ ਪਹੁੰਚਾਓ, ਕਿਉਂਕਿ ਬੜੀ ਕੀਮਤੀ ਵਿਚਾਰ ਅੱਜ ਤੁਹਾਡੇ ਨਾਲ ਦਾਸ ਸਾਂਝੀ ਕਰਨ ਜਾ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਤੀ ਲੋਕਾਂ ਦਾ ਬੜਾ ਸਤਿਕਾਰ ਕੀਤਾ। ਜਿਵੇਂ ਕਿ ਅਸੀਂ ਸੁਣਦੇ ਹਾਂ ਕਿ ਐਮਨਾਬਾਦ ਦੇ ਵਿੱਚ ਇੱਕ ਅਮੀਰ ਰਹਿੰਦਾ ਹੈ, ਮਲਿਕ ਭਾਗੋ, ਅਤੇ ਦੂਜਾ ਗਰੀਬ ਕਿਰਤੀ ਭਾਈ ਲਾਲੋ ਜੀ ਰਹਿੰਦੇ ਹਨ। ਪਰ ਗੁਰੂ ਨਾਨਕ ਪਾਤਸ਼ਾਹ ਜੀ ਲਾਲੋ ਦਾ ਘਰ ਚੁਣਦੇ ਹਨ। ਅਤੇ ਜਦੋਂ ਬਾਬਰ ਹਮਲਾ ਕਰਕੇ ਆਉਂਦਾ ਹੈ, ਉਸ ਵੇਲੇ ਗੁਰੂ ਸਾਹਿਬ ਜੀ ਇਹ ਗੱਲ ਮਨੁੱਖਤਾ ਦੇ ਸਾਹਮਣੇ ਰੱਖਦੇ ਹਨ ਕਿ ਗੁਰੂ ਨਾਨਕ ਤਾਂ ਉਹਨਾਂ ਦੇ ਨਾਲ ਹੈ ਜਿਨ੍ਹਾਂ ਨੂੰ ਲੋਕ ਨੀਵਾਂ ਆਖਦੇ ਹਨ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸੋ ਕਿਆ ਰੀਸ, ਜਿੱਥੈ ਨੀਚ ਸੰਭਾਲੀਐ ਤਿੱਥੈ ਨਦਰ ਤੇਰੀ ਬਖਸ਼ੀਸ਼। ਗੁਰੂ ਸਾਹਿਬ ਜੀ ਨੇ ਐਲਾਨੀਆਂ ਕਿਹਾ ਕਿ ਜਿੱਥੇ ਕਿ ਨੀਚਾਂ ਨੂੰ, ਨੀਵਿਆਂ ਨੂੰ ਔਰ ਜਿਹੜੇ ਗਰੀਬ ਤਬਕਾ ਹੈ, ਜਿਹੜੇ ਕਿ ਸਮੇਂ ਦੀ ਮਾਰ ਤੋਂ ਜੂਝ ਰਹੇ ਨੇ, ਭਾਵੇਂ ਜਿਵੇਂ ਅੱਜ ਕਿਸਾਨ ਵਰਗ ਹੈ, ਅਸੀਂ ਦੇਖਦੇ ਹਾਂ ਰੋਜ਼ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਗੁਰੂ ਸਾਹਿਬ ਕਹਿੰਦੇ ਮੈਂ ਉਹਨਾਂ ਦੇ ਨਾਲ ਹਾਂ। ਜਿੱਥੇ ਕਿ ਪਾਵਨ ਬਚਨਾਂ ਦੇ ਰਾਹੀਂ ਗੁਰੂ ਸਾਹਿਬ ਜੀ ਨੇ ਇਹ ਗੱਲ ਸਾਡੇ ਸਾਹਮਣੇ ਰੱਖੀ। ਆਪ ਜੀ ਨੇ ਇਸ ਕਿਰਤ ਦੇ ਨਾਲ ਜੁੜ ਕੇ ਉਹ ਲੋਕਾਂ ਨੂੰ ਇਹ ਉਪਦੇਸ਼ ਦਿੱਤਾ ਕਿ ਸਾਨੂੰ ਕਿਰਤ ਤੋਂ ਭਗੌੜਾ ਨਹੀਂ ਹੋਣਾ ਚਾਹੀਦਾ, ਜੰਗਲਾਂ ਨੂੰ, ਪਹਾੜਾਂ ਦੀਆਂ ਕੰਦਰਾਂ ਵਿੱਚ ਜਾ ਕੇ ਘਰ-ਬਾਰ ਛੱਡ ਕੇ ਨਹੀਂ ਰਹਿਣਾ ਚਾਹੀਦਾ। ਸਗੋਂ ਆਪ ਗੁਰੂ ਨਾਨਕ ਪਾਤਸ਼ਾਹ ਜੀ ਨੇ 18 ਸਾਲ ਕਰਤਾਰਪੁਰ ਸਾਹਿਬ ਦੇ ਵਿੱਚ ਖੇਤੀਬਾੜੀ ਕੀਤੀ ਔਰ ਖੇਤੀਬਾੜੀ ਕਰਦਿਆਂ ਆਪ ਜੀ ਨੇ ਲੋਕਾਂ ਦੇ ਵਾਸਤੇ ਇਹ ਪ੍ਰੇਰਨਾ ਦਿੱਤੀ ਕਿ ਸਾਨੂੰ ਕਿਰਤੀ ਹੋਣਾ ਚਾਹੀਦਾ ਹੈ, ਸਾਨੂੰ ਉਦਮੀ ਹੋਣਾ ਚਾਹੀਦਾ ਹੈ ਅਤੇ ਅਸੀਂ ਆਪਣੇ ਦੇਸ਼ ਦੀ ਤਰੱਕੀ ਵਾਸਤੇ, ਆਪਣੇ ਮਾਨਵਤਾ ਦੀ ਤਰੱਕੀ ਵਾਸਤੇ ਆਪ ਸਾਰੇ ਉਦਮੀ ਹੋਈਏ। ਇਹ ਵਿਚਾਰਧਾਰਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਨੁੱਖਤਾ ਦੇ ਸਾਹਮਣੇ ਪੇਸ਼ ਕੀਤੀ ਔਰ ਆਪ ਖੇਤੀਬਾੜੀ ਕਰਦੇ ਰਹੇ। ਗੁਰੂ ਅਮਰਦਾਸ ਪਿਤਾ ਮਹਾਰਾਜ ਦਾ ਵੇਲਾ ਆਇਆ। ਗੋਬਿੰਦਵਾਲ ਸਾਹਿਬ ਦੇ ਵਿੱਚ ਅਕਬਰ ਬਾਦਸ਼ਾਹ ਆਪ ਚੱਲ ਕੇ ਆਉਂਦਾ ਔਰ ਪਿਆਰ ਵਾਲਿਓ, ਗੁਰੂ ਘਰ ਦੀ ਵਡਿਆਈ ਦੇਖ ਕੇ ਆਪ ਦੇ ਮਨ ਵਿੱਚ ਇਹ ਇੱਛਾ ਖੜੀ ਹੁੰਦੀ ਹੈ, ਜਾਂ ਮਨ ਵਿੱਚ ਇੱਕ ਇੱਛਾ ਹੁੰਦੀ ਹੈ ਕਿ ਗੁਰੂ ਘਰ ਨੂੰ ਕੁਛ ਭੇਟਾ ਦਿੱਤੀ ਜਾਏ, ਗੁਰੂ ਘਰ ਦੀ ਕੋਈ ਸੇਵਾ ਕੀਤੀ ਜਾਏ, ਅਤੇ ਗੁਰੂ ਸਾਹਿਬ ਜੀ ਦੇ ਘਰ ਨੂੰ ਕੁਛ ਦੇਣਾ ਚਾਹੁੰਦਾ। ਔਰ ਇੱਥੇ ਤੱਕ ਵੀ ਇਹ ਜਿਹੜਾ ਲੰਗਰ ਹੈ ਤੁਸੀਂ ਮੇਰੇ ਪੈਸਿਆਂ ਤੋਂ ਚਲਾਓ। ਪਰ ਗੁਰੂ ਸਾਹਿਬ ਨੇ ਆਖਿਆ ਇਹ ਕਿਰਤੀ ਲੋਕਾਂ ਦੇ ਪੈਸਿਆਂ ਤੋਂ ਲੰਗਰ ਚੱਲਦਾ ਹੈ। ਹਾਂ, ਜੇ ਤੇਰੀ ਕੋਈ ਇੱਛਾ ਹੈ, ਅਕਬਰ ਬਾਦਸ਼ਾਹ ਨੂੰ ਕਿਹਾ, ਫਿਰ ਤੂੰ ਇੱਕ ਕੰਮ ਕਰ ਵੀ ਜਿਹੜੇ ਕਿਸਾਨ ਕਰਜ਼ੇ ਦੇ ਬੋਝ ਥੱਲੇ ਦਬੇ ਹੋਏ ਹਨ, ਉਹਨਾਂ ਕਿਸਾਨਾਂ ਦਾ ਕਰਜ਼ਾ ਮਾਫ ਕਰ ਦੇ। ਗੁਰੂ ਅਮਰਦਾਸ ਮਹਾਰਾਜ ਜੀ ਦੇ ਕਹਿਣ ਤੋਂ ਅਕਬਰ ਬਾਦਸ਼ਾਹ ਨੇ ਉਸ ਵੇਲੇ ਜਿਹੜੇ ਕਿਸਾਨ ਸਨ, ਜਿਹੜੇ ਕਿ ਹਲ ਵਾਹੁੰਦੇ ਸਨ, ਖੇਤੀਬਾੜੀ ਕਰਦੇ ਸਨ, ਉਹਨਾਂ ਦੇ ਕਰਜ਼ ਮਾਫ ਕੀਤੇ। ਗੁਰੂ ਰਾਮਦਾਸ ਮਹਾਰਾਜ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜਦੋਂ ਅਸੀਂ ਦੇਖਦੇ ਹਾਂ ਅਤੇ ਉਹਨਾਂ ਨੇ ਵਿਸ਼ੇਸ਼ ਧਿਆਨ ਦਿੱਤਾ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਕਿ ਜਿੱਥੇ ਕਿ ਲੋਕਾਂ ਦੇ ਕੋਲ ਪਾਣੀ ਦੀ ਥੁੜ ਸੀ, ਕਿਸਾਨਾਂ ਨੂੰ ਪਾਣੀ ਦੀ ਲੋੜ ਸੀ, ਕਿਉਂਕਿ ਬਰਸਾਤ 'ਤੇ ਖੇਤੀ ਸਾਰੀ ਡਿਪੈਂਡ ਹੁੰਦੀ ਸੀ। ਗੁਰੂ ਸਾਹਿਬ ਜੀ ਨੇ ਉੱਥੇ ਖੂਹ ਲਵਾਏ ਤਾਂ ਕਿ ਲੋਕ ਚੰਗੀ ਤਰੀਕੇ ਦੇ ਨਾਲ ਖੇਤੀ ਕਰ ਸਕਣ, ਕਿਉਂਕਿ ਜਿਹੜਾ ਕੰਮ ਸਰਕਾਰਾਂ ਨਹੀਂ ਸੀ ਕਰਦੀਆਂ ਉਹ ਕੰਮ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤਾ। ਔਰ ਅੱਜ ਸਬੂਤ ਹੈ, ਛੇਹਰਟਾ ਖੂਹ
इस गल का कि गुरु साहब जी ने 6 हरठां इक्को थां ते पाईयां तां कि किसानां नूं खुला पानी मिल सके ते वो चंगे तरीके दे नाल खेतीबाड़ी कर सकन अते खेतीबाड़ी करके अन्न उगा के लोकां दी सेवा कर सकन। उत्थे तुसीं वेखो कि इस तरीके दे नाल गुरु घर किसानां दी हमेशा मदद करदा रहा। बाबा बंदा सिंह बहादुर दा टाइम आया, उस वेले बाबा बंदा सिंह बहादुर ने जदों सरन ते कब्जा किया, राज होया, तो उस वेले किसानां ने अपनी प्रॉब्लम दसी कि असी हल तां जोतदे हाँ, फसल तां बीजदे हाँ, पर इस दे जिहड़े जमीन दे मालक ने वो नवाब हुंदे हन जां बाणीए हुंदे हन, अमीर लोग हुंदे हन, खतरी हुंदे हन। सानू सिर्फ हल वाहण दा ही पैसा मिलदा है, मेहनत असी करदे हाँ ते सारा उहदे विचों जो माल हुंदा है, जो फसल आउंदी है, वो कब्जा कर लैंदे हन, सानू कुछ नहीं मिलता। बाबा बंदा सिंह बहादुर ने अपने खालसा राज दे अंदर उन्हां लोकां नूं जिन्हां दे कोल जमीन दी मलकीयत नहीं सी, वो मालकाना हक जिहड़ा सी बाबा बंदा बहादुर ने दिवाया ताकि तुसी आप इस जमीन दे मालक हो और मेहनत करके इस दे विच तुसी खेतीबाड़ी करो, काम करो अते अपना भी ढिड भरो ते होर लोकां दा भी ढिड भरो। इस तरह किसानां ने मालकाना हक जिहड़ा सी पहली बार उन्होंने हासिल किया। जिहड़े आम लोग हल बाउंदे सन, लोकां दे खेतां विच काम करदे सन, वो आप जमीनां दे मालक बन गए। ये गुरु घर ने कृपा की। वैसे भी गुरबाणी दा वाक है, किरसानी किरसान करे, लोचे जियो लाए, हल जोतै उद्यम करै, मेरा पुत धी खाए। गुरु साहब जी बाणी 'च ये गल आखदे ने कि किसान खेती का काम जी ला के पूरी मेहनत नाल करदा है, बड़ी जिंद नाल करदा है। वो हल बाउंदा है, उद्यम करदा है, तां करदा है कि चंगी फसल आवे, मेरा पुत मेरी धी खाए, पाओ कि मेरे बच्चों नूं सुख दी प्राप्ति होवे। हर एक किसान ये चाहुंदा कि मेरे बच्चे सुखी बसन, पर तुसीं वेखो कि अज किसानां नूं आप ही खुदकुशियां करनियां पै रहीआं हन, आप ही करजे दे बोझ हेठां दब जाते हैं। पहली फसल सस्ते दाम च जाती है, फिर जो दूजी फसल आ जाती है, उसकी फसल का जो पैसा आंदा दूजी च लग जाता है, किसान के पल्ले कुछ नहीं बचता। हुण एक अधिनियम जो 1955 दे विच जदों भारत अते पाकिस्तान का बंटवारा होया, उस वेले एक नियम जिहड़ा सी वो किसानां दे लई लिआंदा गया। कृषि उत्पादन व्यापार अते वाणिज्य संवर्धन अते और सुविधा विधेयक आवश्यक वस्तु अधिनियम 1955 विच जो नेम आया सी आवश्यक वस्तु अधिनियम, ਉਹਦੇ ਵਿੱਚ ਕੀ ਸੀ कि ਜਿਹੜੀ ਖਾਣ ਵਾਲੀਆਂ ਵਸਤੂਆਂ ਸਨ ਉਹ आवश्यक ਵਸਤਾਂ ਦੇ ਵਿੱਚ ਰੱਖੀਆਂ ਗਈਆਂ ਸਨ ਵੀ ਇਹ ਲੋੜੀਂਦੀਆਂ ਵਸਤੂਆਂ ਨੇ ਖਾਣ ਵਾਸਤੇ, ਜਿਵੇਂ ਕਣਕ ਹੈ, ਚੌਲ ਨੇ, और थोड़ा रब भला करे टमाटर है, प्याज है, ये सारिया चीज़ां। और ये जड़ा उस वेले नेम सी ताकि इसके रेट ज़्यादा ना बधन, आम पब्लिक नूं कोई प्रॉब्लम ना आवे, महंगाई ना बढ़े, उसनूं एक नियम के तहत रखा गया सी कि आम लोगों के उत्ते जोर ना पवे। फिर मूल्य आसवासन पर किसान संरक्षण सशक्तिकरण समझौता होया सी ते किसान सेवा विधेयक, ये जिहड़े ने हुण 1955 विच जिहड़े नेम बनाए गए सन किसानों के वास्ते भी कोई फसल जिहड़ी है किसान कोल हुंदी है तो वो फसल लोग अगे बेची जाती है तो सरकारी रेट मंडियां दे विच मिलते सन। मंडियां विच कुछ मुनीम हुंदे सन, कुछ लोग हुंदे सन, उत्थे कामे हुंदे सन, वो काम करते सन उत्थे, तो उन्होंने भी कुछ उत्थों पैसा मिलता सी, कुछ टैक्स कटदा सी। इस तरीके दे नाल किसान सही तरीके नाल अपनी जो फसल बेच दिंदा सी। हुण की है कि ये सारा जिहड़ा सिस्टम है ये अमीर घराना नूं दिता जा रहा है, पाओ कि वो 10 साल या 20 साल का तुहाडे नाल कॉन्ट्रैक्ट बेस ते वो तुहाडी जमीन नूं लैणगे, पाओ कि तुसीं फसल उगाओगे तो वो कॉन्ट्रैक्ट बेस ते अगे तुहाडे कोलों खरीदणगे। पहलां तुहानूं कहणगे असीं 1 साल की फसल तुहाडी 1 किले की 1 लाख रुपए दे विच लवांगे, और बाद दे विच की होवेगा कि अगले साल वो कह देणगे भी सानूं ते घाटा पै गया, तो वो 45,000 देणगे तो तुसीं 45,000 तुहानूं रखने पैणे, क्योंकि तुसीं 20 साल वास्ते वो कॉन्ट्रैक्ट किया होया है।
ਤੁਸੀਂ ਕਿਤੇ ਆਪਣੇ ਕੇਸ ਦਰਜ ਨਹੀਂ ਕਰਾ ਸਕਦੇ। ਪਹਿਲਾਂ ਕੇਸ ਦਰਜ ਹੋ ਸਕਦਾ ਸੀ, ਕੋਈ ਚੀਜ਼ ਖਰੀਦ ਕੇ ਔਰ ਜ਼ਿਆਦਾ ਗਿਣਤੀ 'ਚ ਉਹਨੂੰ ਸਟੋਰੇਜ ਨਹੀਂ ਕਰ ਸਕਦਾ ਸੀ। ਅਤੇ ਹੁਣ ਜੋ ਇਹ ਚੀਜ਼ਾਂ ਜਿਹੜੀਆਂ ਨੇ ਸਸਤੇ ਭਾਅ ਖਰੀਦ ਕੇ ਸਟੋਰ ਕੀਤੀਆਂ ਜਾਣਗੀਆਂ। ਹੁਣ ਵੀ ਅਸੀਂ ਦੇਖਦੇ ਹਾਂ ਜਿਵੇਂ ਪਿਆਜ਼ ਹੈ, ਟਮਾਟਰ ਨੇ, ਆਲੂ ਹੈ, ਇਹ ਹਰ ਰੋਜ਼ ਦੀ ਵਰਤੋਂ ਦੀ ਚੀਜ਼ ਹੈ। ਹਰ ਇੱਕ ਘਰ ਦੇ ਅੰਦਰ, ਭਾਵੇਂ ਅਮੀਰ ਹੈ, ਗਰੀਬ ਹੈ, ਮੀਡੀਅਮ ਹੈ, ਮੱਧਮ ਵਰਗ ਹੈ, ਹਰ ਇੱਕ ਬੰਦੇ ਦੀ ਲੋੜ ਹੈ। ਜਦੋਂ ਇਹ ਚੀਜ਼ਾਂ ਮਤਲਬ ਜੋ ਆਮ ਇਸ ਨੇਮ ਵਿੱਚੋਂ ਨਿਕਲ ਜਾਣਗੀਆਂ, ਆਵਸ਼ਕ ਵਸਤੂ ਅਧਿਨੇਮ 1955 ਵਿੱਚੋਂ, ਅਤੇ ਉਸ ਵੇਲੇ ਇਹ ਅਗਲਾ ਨੇਮ ਇਹ ਬਣ ਗਿਆ ਕਿ ਹੁਣ ਕੋਈ ਵੀ ਬੰਦਾ ਖਰੀਦ ਕੇ ਸਟੋਰ ਕਰ ਸਕਦਾ, ਉਹਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਏਗੀ। ਹੁਣ ਇਹ ਲੋਕ ਕੀ ਕਰਨਗੇ, ਸਸਤੇ ਭਾਅ ਦੇ ਵਿੱਚ ਚੀਜ਼ਾਂ ਖਰੀਦ ਕੇ ਤੁਹਾਡੀ ਕਣਕ ਅਤੇ ਤੁਹਾਡੇ ਟਮਾਟਰ, ਆਲੂ, ਹੋਰ ਚੀਜ਼ਾਂ ਸਟੋਰ ਕਰ ਲਿਆ ਕਰਨਗੇ। ਔਰ ਇਹ ਵੱਡੇ ਲੋਕ ਕਹਿ ਦਿਆ ਕਰਨਗੇ ਵੀ ਸਾਡੇ ਕੋਲ ਇਸ ਵੇਲੇ ਕੋਈ ਰਸਨ ਨਹੀਂ, ਅਸੀਂ ਵਿਦੇਸ਼ ਤੋਂ ਮੰਗਾਵਾਂਗੇ, ਇਹ ਕਰਾਂਗੇ, ਉਹ ਕਰਾਂਗੇ। ਫਿਰ ਉਸ ਚੀਜ਼ ਨੂੰ ਜਦੋਂ ਲੋਕਾਂ ਨੂੰ ਲੋੜ ਹੋਏਗੀ ਭੋਜਨ ਦੀ, ਅਤੇ ਉਹ ਮਹਿੰਗੇ ਭਾਅ ਵੇਚਣਗੇ। ਹੁਣ ਵੀ ਇਤਨੀ ਸਖਤੀ ਹੋਣ ਤੋਂ ਬਾਅਦ ਕਾਨੂੰਨੀ ਅਧਿਕਾਰ ਨਹੀਂ ਸਨ, ਅਤੇ ਤੁਸੀਂ ਵੇਖੋ ਕਿ 4 ਰੁਪਏ ਕਿਲੋ ਵਾਲੇ ਜਿਹੜੇ ਪਿਆਜ਼ ਨੇ ਉਹ 80 ਅਤੇ 100 ਰੁਪਏ ਕਿਲੋ ਵਿਕਦੇ ਰਹੇ ਨੇ। 4-5 ਰੁਪਏ ਕਿਲੋ ਟਮਾਟਰ ਜਿਹੜੇ ਨੇ ਇਸ ਵੇਲੇ 80 ਅਤੇ 100 ਨੂੰ ਵਿਕ ਰਹੇ ਨੇ। ਫਿਰ ਜਦੋਂ ਉਹ ਲੋਕ ਵੱਡੇ ਵੱਡੇ ਲੋਕ, ਕਾਰੋਬਾਰੀ ਲੋਕਾਂ ਨੂੰ ਜਦੋਂ ਇਹ ਸਾਰੇ ਕੋਂਟੈਕਟ ਦਿੱਤੇ ਜਾਣਗੇ, ਉਹ ਕਿਸ ਤਰੀਕੇ ਦੇ ਨਾਲ ਉਸ ਨੂੰ ਆਮ ਬੰਦੇ ਦੇ ਉੱਤੇ ਬੋਝ ਪਾਉਣਗੇ। ਇਸ ਕਰਕੇ ਇਹ ਕੇਵਲ ਮੁੱਦਾ ਕਿਸਾਨਾਂ ਦਾ ਨਹੀਂ, ਇਹ ਮੁੱਦਾ ਜਿਹੜਾ ਹੈ ਉਹ ਸਾਰਿਆਂ ਦਾ ਹੈ। ਵੈਸੇ ਵੀ ਕਈ ਵਾਰ ਅਸੀਂ ਸੋਚਦੇ ਹਾਂ ਵੀ ਸਾਨੂੰ ਕੀ ਲੈਣਾ ਕਿਸਾਨਾਂ ਦਾ ਮੁੱਦਾ ਹੈ, ਪਰ ਇੱਕ ਖਿਆਲ ਕਰਨਾ ਜੀਵਨ ਦੇ ਅੰਦਰ, ਕਬੀਰ ਗਰਬ ਨਾ ਕੀਜੀਏ ਰੰਕ ਨਾ ਹਸੀਆ ਕੋਏ, ਅਜੋ ਸੋ ਨਾਉ ਸਮੁੰਦ ਮੈਂ ਕਿਆ ਜਾਣੂ ਕਿਆ ਹੋਏ। ਜੇ ਬੇੜੀ ਕਿਸਾਨਾਂ ਦੀ ਡੁੱਬੇਗੀ ਅਤੇ ਆਮ ਜਨਤਾ ਦੀ ਵੀ ਡੁੱਬੇਗੀ। ਜੇ ਕਿਸਾਨ ਦਾ ਸਮਾਨ ਸਸਤਾ ਖਰੀਦ ਕੇ ਉਹ ਲੋਕ ਮਹਿੰਗਾ ਵੇਚਣਗੇ ਅਤੇ ਆਮ ਜਨਤਾ ਦੇ ਉੱਤੇ ਵੀ ਇਸ ਦਾ ਬੋਝ ਪਏਗਾ। ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਇਹ ਹੈ ਕਿ ਅਸੀਂ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਜੋ ਪਹਿਲਾਂ ਨੇਮ ਅਨੁਸਾਰ ਚੱਲ ਰਹੀਆਂ ਸਨ, ਉਹ ਜਿਹੜਾ ਬਿੱਲ ਹੈ ਉਹ ਬਿੱਲ ਹੀ ਰਹਿਣਾ ਚਾਹੀਦਾ, ਤਾਂ ਕਿ ਆਮ ਲੋਕ ਜਿਹੜੇ ਨੇ ਉਹ ਇਸ ਦਾ ਲਾਹਾ ਲੈ ਸਕਣ ਅਤੇ ਆਮ ਲੋਕਾਂ ਨੂੰ ਇਸ ਦਾ ਲਾਭ ਹੋ ਸਕੇ। ਸੋ ਇਹ ਵਿਚਾਰਾਂ ਤੁਹਾਡੇ ਨਾਲ ਰੱਖੀਆਂ ਹਨ। ਸੋ ਸਾਰਿਆਂ ਨੂੰ ਯਤਨ ਕਰਨਾ ਚਾਹੀਦਾ ਕਿ ਆਪਾਂ ਨੂੰ ਦੂਰੋਂ ਅੱਗ ਨਹੀਂ ਸੇਕਣੀ ਚਾਹੀਦੀ। ਆਪਾਂ ਨੂੰ ਸਾਰਿਆਂ ਨੂੰ ਕਿਸਾਨਾਂ ਦੇ ਹੱਕ ਵਿੱਚ ਖੜਨਾ ਚਾਹੀਦਾ, ਕਿਉਂਕਿ ਆਪਾਂ ਮੀਡੀਅਮ ਤਬਕਾ ਸਾਡੇ ਦੇਸ਼ ਵਿੱਚ ਜ਼ਿਆਦਾ ਹੈ। ਵੈਸੇ ਵੀ 85% ਜਿਹੜੀ ਕਿਸਾਨੀ ਹੈ ਭਾਰਤ ਦੇ ਵਿੱਚ, ਉਹ 2.5 ਏਕੜ ਤੋਂ ਲੈ ਕੇ 5 ਏਕੜ ਤੱਕ ਹੈ। ਵੱਡੇ ਕਿਸਾਨ ਕੋਈ ਵਿਰਲੇ ਵਿਰਲੇ ਹਨ। ਸੋ ਸਾਰੇ ਲੋਕਾਂ 'ਤੇ ਬੜਾ ਇਸ ਦੇ ਉੱਤੇ ਜ਼ੋਰ ਪਏਗਾ, ਆਮ ਪਬਲਿਕ ਦੇ ਉੱਤੇ ਬੋਝ ਪਏਗਾ। ਸੋ ਆਮ ਪਬਲਿਕ ਦੇ ਉੱਤੇ ਬੋਝ ਨਾ ਪਵੇ, ਇਸ ਕਰਕੇ ਐਸੇ ਬਿੱਲਾਂ ਵਿੱਚ ਸੰਸ਼ੋਧਨ ਨਹੀਂ ਹੋਣਾ ਚਾਹੀਦਾ। ਜੋ ਬਿੱਲ ਬਣੇ ਸਨ ਉਹ ਸਾਰੇ ਲੋਕਾਂ ਦੇ